पंजाबी बोली ਅਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਪੰਜਾਬੀਆਂ ਦਾ ਇਸ ਪੰਜਾਬੀ ਵਿਕਾਸ ਮੰਚ ਦੀ ਪਹਿਲੀ ਵੀਡੀਓ ਦੇ ਉੱਤੇ ਨਿੱਘਾ ਸਵਾਗਤ ਹੈ, ਜਿਹੜੀ ਕਿ ਅਸੀਂ ਪੰਜਾਬੀ ਦੇ ਕੀਬੋਰਡ ਬਾਰੇ ਅੱਜ ਗੱਲ ਕਰਨ ਜਾ ਰਹੇ ਹਾਂ। ਦੇਖਦੇ ਹਾਂ ਕਿ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਸਾਰੇ ਹੀ ਭਾਸ਼ਾਵਾਂ ਨੂੰ, ਦੁਨੀਆ ਦੀਆਂ ਘੱਟ ਗਿਣਤੀ ਭਾਸ਼ਾਵਾਂ ਨੂੰ ਬੜਾ ਖਤਰਾ ਪੈਦਾ ਹੋ ਰਿਹਾ ਹੈ, ਅਲੋਪ ਹੋਣ ਦਾ ਡਰ ਹੈ। ਖਾਸ ਕਰ ਉਹਨਾਂ ਭਾਸ਼ਾਵਾਂ ਨੂੰ ਜਿਨ੍ਹਾਂ ਦੇ ਕੋਲ ਆਪਣਾ ਨਿੱਜੀ ਕੀਬੋਰਡ ਨਹੀਂ ਹੈ। ਪੰਜਾਬੀ ਭਾਸ਼ਾ ਦੇ ਕੋਲ ਹੈ, ਪਰ ਇਸ ਦੀ ਵਰਤੋਂ ਬਹੁਤ ਘੱਟ ਜਾਂ ਉੱਕਾ ਹੀ ਨਹੀਂ ਹੋ ਰਹੀ। ਖਾਸ ਤੌਰ ਤੇ ਅਸੀਂ ਗੱਲ ਕਰਦੇ ਹਾਂ ਯੂਨੀਕੋਡ ਦੀ, ਕਿਉਂਕਿ ਯੂਨੀਕੋਡ ਹੀ ਦੁਨੀਆ ਦੀ ਹਰ ਭਾਸ਼ਾ ਦਾ ਸਮਰੱਥ ਕੀਬੋਰਡ ਹੈ, ਜਿਹੜਾ ਕਿ ਪੰਜਾਬੀ ਦੇ ਵਿੱਚ ਵੀ ਬਣਾਇਆ ਗਿਆ ਹੈ, ਜਿਸ ਨੂੰ ਬਣਿਆ ਨੂੰ ਤਕਰੀਬਨ 40 ਸਾਲ ਹੋ ਗਏ ਨੇ, ਪਰ ਬਹੁਤ ਸਾਰੇ ਪੰਜਾਬੀਆਂ ਦਾ ਇਸ ਦੇ ਵੱਲ ਧਿਆਨ ਨਹੀਂ ਗਿਆ। ਅੱਜ ਦੀ ਇਹ ਵੀਡੀਓ ਸਾਡੇ ਬਹੁਤ ਸਾਰੇ ਜੀਐਸਯੂ ਜਨਾਂ ਨੂੰ, ਭੈਣਾਂ ਭਰਾਵਾਂ ਨੂੰ ਚੰਗੀ ਲੱਗੇਗੀ, ਕਿਉਂਕਿ ਅੱਜ ਦੀ ਜਿਹੜੀ ਗੱਲਬਾਤ ਹੈ ਇਹ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਵੀ ਕਰੇਗੀ। ਸੋ ਅੱਜ ਅਸੀਂ ਇਸ ਦੀ ਗੱਲ ਕਰਾਂਗੇ ਕਿ ਇਸ ਕੀਬੋਰਡ ਨੂੰ ਤੁਸੀਂ ਆਪਣੇ ਕੰਪਿਊਟਰ ਦੇ ਉੱਤੇ ਆਸਾਨੀ ਨਾਲ ਕਿਵੇਂ ਉਤਾਰ ਸਕਦੇ ਹੋ, ਇਸ ਨੂੰ ਬਹਾਲ ਕਰ ਸਕਦੇ ਹੋ, ਭਾਵ ਕਿ ਡਾਊਨਲੋਡ ਕਰਕੇ ਇੰਸਟਾਲ ਕਰ ਸਕਦੇ ਹੋ ਤੇ ਇਸ ਦੀ ਵਰਤੋਂ ਕਰ ਸਕਦੇ ਹੋ, ਕਿਉਂਕਿ ਇਹ ਜਿਹੜਾ 16 ਕਲਾ ਸਮਰੱਥ ਕੀਬੋਰਡ ਹੈ ਇਹਦੇ ਬਾਰੇ ਅੱਜ ਵਿਸਤਾਰ ਦੇ ਵਿੱਚ ਗੱਲ ਕਰਾਂਗੇ। ਉਮੀਦ ਹੈ ਸਾਡੀ ਵੀਡੀਓ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਸੁਣੋਗੇ ਔਰ ਇਸ ਦੇ ਉੱਤੇ ਅਮਲ ਕਰਨ ਦਾ ਵੀ ਯਤਨ ਕਰੋਗੇ ਤੇ ਨਾਲ ਦੀ ਨਾਲ ਆਪਣੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ, ਜਿਹੜੇ ਕਿ ਪੰਜਾਬੀ ਨੂੰ ਕੰਪਿਊਟਰ ਦੇ ਉੱਤੇ ਵਰਤਣਾ ਚਾਹੁੰਦੇ ਨੇ, ਉਹਨਾਂ ਦੇ ਨਾਲ ਇਹ ਸਾਂਝਾ ਵੀ ਕਰੋਗੇ। ਤੇ ਆਓ ਦੇਖਦੇ ਹਾਂ ਫਿਰ ਅੱਜ ਦੀ ਇਹ ਛੋਟੀ ਜਿਹੀ ਵੀਡੀਓ ਤੇ ਨਾਲ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ। ਤੁਹਾਨੂੰ ਚਿੱਤਰਾਂ ਦੇ ਰਾਹੀਂ ਸਾਰੀ ਜਿਹੜੀ ਤਸਵੀਰ ਆ, ਕਹਾਣੀਆਂ ਉਹ ਦੱਸਾਂਗੇ। ਪੰਜਾਬੀ ਭਾਸ਼ਾ ਮਸਲੇ ਅਤੇ ਹੱਲ। ਅਸੀਂ ਦੇਖਦੇ ਹਾਂ ਕਿ ਪੰਜਾਬੀ ਭਾਸ਼ਾ ਨੂੰ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਨੇ, ਬਹੁਤ ਤਰ੍ਹਾਂ ਦੀਆਂ ਦੁਸ਼ਵਾਰੀਆਂ ਨੇ, ਪਰ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਪੰਜਾਬੀ ਦੀ ਕੰਪਿਊਟਰ ਦੇ ਉੱਤੇ ਸਹੀ, ਸੌਖੀ ਅਤੇ ਮਿਆਰੀ ਵਰਤੋਂ। ਸੋ ਪੰਜਾਬੀ ਭਾਸ਼ਾ ਮਸਲੇ ਅਤੇ ਹੱਲ, ਤੇ ਅੱਜ ਅਸੀਂ ਕਰਾਂਗੇ ਪੰਜਾਬੀ ਯੂਨੀਕੋਡ ਕੀਬੋਰਡ ਦੇ ਵਰਤਣ ਦੀ ਗੱਲ, ਤਾਂ ਕਿ ਤੁਹਾਡਾ ਜਿਹੜਾ ਕੰਮ ਆ ਕੰਪਿਊਟਰ ਦੇ ਉੱਤੇ ਉਹ ਹੋਰ ਸੌਖਾ ਹੋ ਸਕੇ, ਕਿਉਂਕਿ ਬਹੁਤ ਸਾਰੇ ਵੱਖਰੇ ਭਾਂਤ ਦੇ ਕੀਬੋਰਡਾਂ ਨੇ ਬਹੁਤ ਵੱਡਾ ਭੰਬੜ ਭੂਸਾ ਪਾਇਆ ਹੋਇਆ ਹੈ। ਤੇ ਅੱਜ ਅਸੀਂ ਯੂਨੀਕੋਡ ਦੇ ਰਾਹੀਂ ਇਹ ਜਿਹੜਾ ਮਸਲਾ ਹੈ ਇਸ ਨੂੰ ਹੱਲ ਕਰਨ ਦਾ ਯਤਨ ਕਰਾਂਗੇ। ਸੋ ਅਸੀਂ ਦੇਖਦੇ ਹਾਂ ਕਿ ਆਧੁਨਿਕ ਕੰਪਿਊਟਰ ਯੁੱਗ ਦੇ ਵਿੱਚ ਮਿਆਰੀ ਪੰਜਾਬੀ ਕੀਬੋਰਡ ਦੀ ਕੀ ਮਹਾਨਤਾ ਹੈ। ਮਹਾਨਤਾ ਭਾਵ ਕਿ ਉਹ ਕੀਬੋਰਡ ਜਿਸ ਦੀ ਵਰਤੋਂ ਦਾ ਦੁਨੀਆ ਭਰ ਵਿੱਚ ਇੱਕ ਹੀ ਮਿਆਰ ਹੋਵੇ, ਇੱਕ ਹੀ ਸਟੈਂਡਰਡ ਹੋਵੇ, ਜਿਹੜਾ ਕਿ ਦੂਜੇ ਕੀਬੋਰਡਾਂ ਦੀ ਅਸੀਂ ਗੱਲ ਕਰਦੇ ਹਾਂ, ਅਸੀਸ, ਜੋਏ, ਤ੍ਰਿਨਮ ਚਾਤਰਿਕ, ਅਨਮੋਲ ਲਿਪੀ, ਸਤਲੁਜ, ਇਹਨਾਂ ਦਾ ਕੋਈ ਵੀ ਜੇ ਕਹਿ ਦਈਏ ਕਿਸੇ ਦੇ ਨਾਲ ਮੇਲ ਮਿਲਾਪ ਨਹੀਂ, ਜਿਸ ਕਰਕੇ ਪੰਜਾਬੀਆਂ ਨੂੰ ਬੜੇ ਲੰਮੇ ਸਮੇਂ ਤੋਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਇਹ ਉਹ ਕੀਬੋਰਡ ਹੈ ਪੰਜਾਬੀ ਯੂਨੀਕੋਡ, ਜਿਸ ਨੂੰ ਪੰਜਾਬੀ ਸਮੇਤ ਦੁਨੀਆ ਦੇ ਹਰ ਦੇਸ਼ ਦੀ ਭਾਸ਼ਾ ਨੇ ਅਪਣਾ ਲਿਆ ਹੈ। ਖਾਸ ਤੌਰ ਤੇ ਜਦੋਂ ਗੱਲ ਕਰਦੇ ਹਾਂ ਕਿ ਘੱਟ ਗਿਣਤੀ ਦੀਆਂ ਭਾਸ਼ਾ ਦੀ ਗੱਲ ਕਰਦੇ ਹਾਂ, ਰੋਮਨ ਲਿਪੀ ਨੂੰ ਛੱਡ ਕੇ ਦੂਜੀਆਂ ਭਾਸ਼ਾਵਾਂ ਨੂੰ ਵੀ ਜੋ ਇਹ ਪ੍ਰਣਾਲੀ ਹੈ ਕੀਬੋਰਡ ਦੀ, ਯੂਨੀਕੋਡ ਦੀ, ਇਸ ਨੂੰ ਅਪਣਾਉਣਾ ਪਿਆ ਹੈ। ਤੇ ਨਾਲ ਦੀ ਨਾਲ ਪੰਜਾਬ ਸਰਕਾਰ ਨੇ ਵੀ ਇਸ ਨੂੰ ਅਪਣਾ ਲਿਆ ਤੇ ਬਹੁਤ ਸਾਰੀਆਂ ਜਿਹੜੀਆਂ ਅੱਜ ਕੱਲ ਉੱਥੇ ਜਿਹੜੇ ਇਮਤਿਹਾਨ ਨੇ ਜਾਂ ਅਰਜ਼ੀਆਂ ਨੇ, ਤੁਸੀਂ ਉਹ ਪੰਜਾਬੀ ਯੂਨੀਕੋਡ ਕੀਬੋਰਡ ਦੇ ਰਾਹੀਂ ਹੀ ਦੇ ਸਕਦੇ ਹੋ। ਖਾਸ ਤੌਰ ਤੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਕਿਸੇ ਨੌਕਰੀ ਵਾਸਤੇ ਅਰਜ਼ੀ ਦੇਣੀ ਹੁੰਦੀ ਹੈ। ਸੋ ਅਸੀਂ ਗੱਲ ਕਰਦੇ ਹਾਂ ਪੰਜਾਬੀ ਦਾ ਮਿਆਰੀ ਕੀਬੋਰਡ ਇਨਸਕ੍ਰਿਪਟ, ਜਿਸ ਨੂੰ ਸੀਡੈਕ ਨੇ ਤਿਆਰ ਕੀਤਾ ਸੀ, ਪਰ ਉਸ ਦਾ ਅਸਲੀ ਰੂਪ ਜਿਹੜਾ ਹੈ ਉਹ ਹੈ ਪੰਜਾਬੀ ਐਕਸੈਲ, ਜੋ ਕਿ ਭਾਰਤੀ ਸਰਕਾਰ ਦੇ ਕੰਪਿਊਟਰ ਵਿਕਾਸ ਕੇਂਦਰ ਸੀਡੈਕ ਵੱਲੋਂ ਤਿਆਰ ਕੀਤੇ ਗਏ ਇਨਸਕ੍ਰਿਪਟ ਦਾ ਵਿਰਿੱਧਕ ਰੂਪ ਹੈ, ਭਾਵ ਕਿ ਇਨਹੈਂਸਡ ਵਰਸ਼ਨ ਹੈ, ਜਿਸ ਦੇ ਵਿੱਚ ਕੁਝ ਵਾਧਾ ਕੀਤਾ ਗਿਆ ਹੈ। ਵਾਧਾ ਇਸ ਕਰਕੇ ਕਿਉਂਕਿ ਜਿਹੜਾ ਪਹਿਲਾ ਇਨਸਕ੍ਰਿਪਟ ਕੀਬੋਰਡ ਤਿਆਰ ਕੀਤਾ ਸੀ ਸੀਡੈਕ ਨੇ, ਉਹਦੇ ਵਿੱਚ ਬਹੁਤ ਸਾਰੀਆਂ ਅਨੇਕਾਂ ਜੇ ਕਹਿ ਦਈਏ ਕੁੰਜੀਆਂ ਨੂੰ ਖਾਲੀ ਛੱਡਿਆ ਗਿਆ ਸੀ, ਜਿਸ ਨੂੰ ਪੰਜਾਬੀ ਐਕਸੈਲ ਨੇ ਵਰਤੋਂ ਵਿੱਚ ਲਿਆਂਦਾ ਤੇ ਨਾਲ ਦੀ ਨਾਲ ਵਰਤੋਂਕਾਰ ਦੀ ਜਿਹੜੀ ਜ਼ਿੰਦਗੀ ਆ, ਉਹ ਕੰਮ ਆ, ਉਹ ਸੌਖਾ ਕੀਤਾ। ਤੇ ਯਾਦ ਰਹੇ, ਜਿਵੇਂ ਸ਼ੁਰੂ 'ਚ ਕਿਹਾ ਹੈ ਕਿ ਇਸ ਕੀਬੋਰਡ ਨੂੰ ਮਾਈਕਰੋਸਾਫਟ ਨੇ ਅਤੇ ਐਪਲ ਨੇ ਵੀ ਅਪਣਾ ਲਿਆ ਹੈ, ਜਿਹੜੀਆਂ ਕਿ ਦੁਨੀਆ ਦੀਆਂ ਇਸ ਵੇਲੇ ਵੱਡੀਆਂ ਜਿਹੜੀਆਂ ਕੰਪਿਊਟਰ ਕੰਪਨੀਆਂ ਹਨ। ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੀਆਂ ਕਮੀਆਂ ਰਹਿ ਗਈਆਂ ਸਨ ਸੀਡੈਕ ਦੇ ਕੀਬੋਰਡ ਦੇ ਵਿੱਚ, ਉਹ ਸਾਡੇ ਦਰਸ਼ਕ ਦੇਖ ਸਕਦੇ ਆ ਕਿ ਜੋ ਸੀਡੈਕ ਦੇ ਵੱਲੋਂ ਇਨਸਕ੍ਰਿਪਟ ਖਾਕਾ ਤਿਆਰ ਕੀਤਾ ਗਿਆ ਸੀ, ਉਹਦੇ ਵਿੱਚ ਅਨੇਕਾਂ ਖਾਲੀ ਕੁੰਜੀਆਂ ਹਨ। ਇਹ ਜਿਹੜੀਆਂ ਹਲਕੇ ਸੰਤਰੀ ਰੰਗ ਦੀਆਂ ਕੁੰਜੀਆਂ ਹਨ, ਇਹਨਾਂ ਦੇ ਵਿੱਚ
कुछ भी नहीं लिखिया जा पाया गया जिसकी कि वरतोंकार वरतों करके अपना काम सौखा कर सकता है। सो जिन्होंने इन्हां खाली कुंजियां नूं पंजाबी एक्शन ने लोड़ींदी वरतों विच लिआंदा है वो तुहानूं दिखाउंदे हां असीं अगली स्क्रीन दे उत्ते। सो यह है प्यारे दर्शकों पंजाबी विकास मंच वालों तैयार किया पंजाबी एक्सेल इंस्क्रिप्ट का वृद्धक रूप एनहांसड वर्जन, जिहदे विच तुसीं देखदे आ कि जिहड़ियां खाली कुंजियां सी उन्हां नूं भरिया गया है, जिस दे नाल बहुत तरह के जिहड़े विश्राम चिन्ह ने जिहड़े असीं हर बार लिखत विच वरतदे हां ते उन्हां नूं वरतों विच लिआंदा गया है, बजाए कि तुहानूं रोमन तो पंजाबी पंजाबी तो रोमन करन दी जिहड़ी कोई भी मुश्किल का कदे भी सामना नहीं करना पवेगा। सो देख सकते हैं कि खाली कुंजियां नूं लोड़ींदी वरतों विच लिआंदा गया है ताकि जिहड़ा वरतोंकार दा जिहड़ा काम है वो होर सौखा हो सके। पर आओ हुण सानूं ये देखना पवेगा कि इस कीबोर्ड नूं अपने कंप्यूटर के उत्ते किवें शामिल किया जाए। सो इहदियां कुछ जिहड़ियां धारनावां ने उन्हां दे बारे असीं याद रहे कि हर विंडोज़ कंप्यूटर के उत्ते पंजाबी कीबोर्ड पहला ही उपलब्ध कराया गया है। जदों असीं गल करदे हां विंडोज़ कंप्यूटर की, भाव कि जो माइक्रोसॉफ्ट ने जिन्ने भी डेस्कटॉप या लैपटॉप बनाए ने असीं उन्हां कंप्यूटरां की ही गल करदे हां, उन्हां मशीनां की गल करदे हां। असीं इत्थे एप्पल की गल नहीं करते। एप्पल की गल तुहानूं थोड़े अगे जाके उहदा जिक्र करांगे असीं। सो सानूं सिर्फ इसकी चोण करनी पैंदी है, भाव कि जिवें असीं देखदे हां कि गड्डी नूं अगे पिछे करना हुंदा है ते इस करके तुहानूं ओह जिहड़ा गेयर पाउणा पैंदा है। सो पिछले गेयर दे नाल गड्डी पिछे नूं जांदी है ते अगले गेयर दे नाल गड्डी अगे नूं जांदी है। इस तरह ही पंजाबी गेयर दे नाल तुहाडा कंप्यूटर है वो पंजाबी लिखण दे योग होवेगा। सो पंजाबी कीबोर्ड की चोण विधि बारे तुहानूं असीं कदम दर कदम 13 चित्र जिहड़े ने उन्हां दे राहीं तुहानूं दर्शावांगे कि इस नूं किवें वरतों विच लिआंदा गया है। पर उस तो पहलां एक जरूरी काम सानूं करना पवेगा जदों कि असीं पंजाबी एक्सेल की गल करदे हां। इस करके सानूं जिहड़ा पंजाबी एक्सेल है वो भी सानूं गेयर पहलां ही तैयार रखना पवेगा। ते आओ देखदे हां उस नूं आपां किवें उसकी चोण करनी है। सो कंप्यूटर ते कीबोर्ड नूं शामिल करन तो पहलां जरूरी है कि कीबोर्ड का चालक उतार लिया जाए, भाव कि डाउनलोड कर लिया जाए। असीं देखदे हां कि कोई भी गड्डी साडे सारे जिहड़े पंजाबी जानते हैं कि वो चालक तो बिना ड्राइवर तो बिना नहीं चल सकती, कोई भी जहाज़ पायलट तो बिना नहीं चल सकता। इस करके जरूरी है कि जिहड़ा पंजाबी कीबोर्ड का ड्राइवर है वो तुहानूं डाउनलोड करना पवेगा, जिहड़े असीं पंजाबी एक्सेल की गल करते हैं। सो ये पंजाबी एक्सेल नूं उतारन लई तुहानूं जाना पवेगा punjabi.com दे उत्ते ते तुसीं उत्थे जदों punjabi.com ते जाओगे ते तुहानूं उपरली लाइन दे विच सज्जे पासे मोटा करके लिखिया होवेगा पंजाबी एक्सेल कीबोर्ड ते उत्थे तुसीं क्लिक करना है। सो जदों तुसीं स्क्रॉल डाउन करोगे थल्ले जाओगे पेज दे अध विच आके तुहानूं दिसेगा पंजाबी कीबोर्ड ड्राइवर डाउनलोड। जिस दे सज्जे पासे एक डब्बी दिखेगी तुहानूं उस दे विच लिखिया होवेगा पंजाबी एक्सेल जिप, इस दे उत्ते तुसीं क्लिक करना है। जिवें कि अगले चित्र विच भी दर्शाया जाएगा तुहानूं, पर इस तो अगे जिहड़ी दित्ती जानकारी है जिहड़ी punjabi.com ते तुहानूं जानकारी दित्ती गई है उस दे उत्ते अमल करना बड़ा जरूरी है। सो प्यारे दर्शकों तुहानूं ये कुछ करन तो पहलां थोड़ी जिहड़ी जानकारी है पंजाबी विच भी है अंग्रेजी विच भी है, उस नूं पढ़ के नोट करके जहन दे विच दिखा के सब तो पहलां इस पंजाबी एक्सेल नूं अपने कंप्यूटर के उत्ते लैपटॉप के उत्ते या डेस्कटॉप के उत्ते तुहानूं उस नूं डाउनलोड करना पवेगा। सो इस जदों तुसीं ओह डाउनलोड कर लिया तो उसकी जिहड़ी पुष्टि है वो तुहानूं कंट्रोल पैनल दे विच जाके देखना पवेगा, प्रोग्राम दे विच जाके देखना पवेगा। जिन्ने भी तुहाडे प्रोग्राम उहदे विच डाउनलोड कीते होणगे वो सारी सूची तुहानूं उत्थों मिल जाएगी। सो पहला तुसीं प्रोग्राम दे विच क्लिक करोगे तो उस तो बाद प्रोग्राम्स एंड फीचर्स तुहानूं एक कॉलम दिसेगा ते उहदे उत्ते क्लिक करके तुसीं जदों प्रोग्रामां दी सूची विच जाओगे तो तुहानूं उत्थे जिहड़ा पंजाबी एक्सेल डाउनलोड होया दिस जाएगा। अगर पंजाबी एक्सेल उत्थे डाउनलोड नहीं होया तो तुहानूं फिर दोबारा जिहड़ी दसी गई उपर पहलां दसी गई विधि आ तुहानूं उस नूं अमल विच लिया के उस पंजाबी एक्सेल नूं डाउनलोड करना बहुत लाजमी होवेगा। जिवें कि असीं जिक्र किया कि उसनूं तुसीं अद्धे पेज ते जाके जो तुहानूं नक्शा दिसेगा जां तुहानूं जानकारी मिलेगी वो जिहड़ी आ शरदई रंग की जिहड़ी पट्टी आ वो तुहानूं दिसेगी।
ਸੋ ਇਸ ਕਰਕੇ ਉਸਨੂੰ ਡਾਊਨਲੋਡ ਕਰਕੇ ਉਸਨੂੰ ਇੰਸਟਾਲ ਕਰਨਾ ਹੈ, ਭਾਵ ਕਿ ਉਸਨੂੰ ਬਹਾਲ ਕਰਨਾ ਹੈ। ਤੇ ਇਸ ਨੂੰ ਉਤਾਰਨ ਲਈ ਤੁਸੀਂ punjabi.com ਤੇ ਜਾਣਾ ਤੇ ਮੋਟੇ ਅੱਖਰਾਂ ਵਿੱਚ ਲਿਖ ਕੇ ਪੰਜਾਬੀ ਐਕਸਲ ਕੀਬੋਰਡ ਤੇ ਕਲਿੱਕ ਕਰਨਾ। ਜਦੋਂ ਤੁਸੀਂ ਅੱਧੇ ਪੇਜ ਤੱਕ ਥੱਲੇ ਜਾਓਗੇ ਤੇ ਆਹ ਜਿਹੜੀ ਤਸਵੀਰ ਹੈ ਤੁਹਾਨੂੰ ਦਿਸੇਗੀ ਤੇ ਇੱਥੇ ਤੁਸੀਂ ਪੰਜਾਬੀ ਐਕਸਲ ਜ਼ਿਪ ਦੇ ਉੱਤੇ ਕਲਿੱਕ ਕਰਨਾ। ਸੋ ਅਸੀਂ ਵਿੰਡੋਜ਼ 10 ਜਾਂ 11 ਦੀ ਗੱਲ ਕਰਦੇ ਹਾਂ। ਜਦੋਂ ਤੁਸੀਂ ਕਲਿੱਕ ਕਰੋਗੇ ਜਾਂ ਤਾਂ ਇਹ ਪ੍ਰੋਗਰਾਮ ਤੁਹਾਡਾ ਜਦੋਂ ਅਨਜ਼ਿਪ ਹੋਵੇਗਾ ਖੁੱਲ ਜਾਵੇਗਾ ਤੇ ਜਾਂ ਤੁਹਾਡੇ ਇਹ ਡਾਊਨਲੋਡ ਦੇ ਵਿੱਚ ਚਲਾ ਜਾਵੇਗਾ, ਜਿੱਥੋਂ ਤੁਸੀਂ ਉਹਨੂੰ ਦੁਬਾਰਾ ਉਹਦੇ ਉੱਤੇ ਕਲਿੱਕ ਕਰਕੇ ਉਸ ਨੂੰ ਸੈਟਅਪ ਦੇ ਵਿੱਚ ਜਾ ਕੇ ਫਿਰ ਤੁਹਾਡੇ ਕੰਪਿਊਟਰ ਦੇ ਉੱਤੇ ਉਸ ਨੂੰ ਡਾਊਨਲੋਡ ਹੋਵੇਗਾ। ਹੋ ਸਕਦਾ ਤੁਹਾਡਾ ਕੰਪਿਊਟਰ ਇਹ ਵੀ ਪੁੱਛੇ ਕਿ ਤੁਸੀਂ ਇਸ ਨੂੰ ਡਾਊਨਲੋਡ ਕਰਨਾ ਚਾਹੁੰਦੇ ਆ, ਤੁਹਾਨੂੰ ਇੱਕ ਵਾਰਨਿੰਗ ਆਵੇਗੀ, ਚੇਤਾਵਨੀ ਆਵੇਗੀ, ਜਿੱਥੇ ਤੁਸੀਂ ਉਸ ਨੂੰ ਯੈਸ ਜਾਂ ਓਕੇ ਕਰ ਦੇਣਾ ਹੈ ਕਿ ਹਾਂ ਅਸੀਂ ਇਸ ਪੰਜਾਬੀ ਐਕਸਲ ਨੂੰ ਡਾਊਨਲੋਡ ਕਰਨਾ ਚਾਹੁੰਦੇ ਹਾਂ। ਸੋ ਜਦੋਂ ਤੁਹਾਡਾ ਪੰਜਾਬੀ ਐਕਸਲ ਡਾਊਨਲੋਡ ਹੋ ਗਿਆ ਤੇ ਫਿਰ ਹੁਣ ਅਗਲਾ ਕਦਮ ਹੋਵੇਗਾ ਕਿ ਅਸੀਂ ਪੰਜਾਬੀ ਦਾ ਜਿਹੜਾ ਕੀਬੋਰਡ ਹੈ ਸਾਡੇ ਕੰਪਿਊਟਰ ਦੇ ਉੱਤੇ ਉਹਦੀ ਚੋਣ ਕਿੱਦਾਂ ਕਰਨੀ ਹੈ, ਭਾਵ ਕਿ ਕੰਪਿਊਟਰ ਨੂੰ ਕਿੱਦਾਂ ਦੱਸਣਾ ਹੈ ਕਿ ਅਸੀਂ ਪੰਜਾਬੀ ਗੇਅਰ ਪਾਉਣਾ ਚਾਹੁੰਦੇ ਹਾਂ ਆਪਣੇ ਇਸ ਕੰਪਿਊਟਰ ਦੇ ਉੱਤੇ। ਆਓ ਅਸੀਂ ਹੁਣ ਚਿੱਤਰਾਂ ਦੇ ਰਾਹੀਂ ਦੇਖਦੇ ਹਾਂ ਕਿ ਉਹ ਕਦਮ ਦਰ ਕਦਮ ਕਿਹੜੀ ਕਾਰਵਾਈ ਹੈ ਜੋ ਕਿ ਤੁਹਾਨੂੰ ਕਰਨੀ ਪਵੇਗੀ। ਸੋ ਉਹਦੇ ਲਈ ਤੁਹਾਨੂੰ ਜਾਣਾ ਪਵੇਗਾ ਕੰਟਰੋਲ ਪੈਨਲ ਦੇ ਵਿੱਚ। ਸੋ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਕੰਟਰੋਲ ਪੈਨਲ ਦੇ ਵਿੱਚ ਤੇ ਇਹਦੇ ਵਿੱਚ ਤੁਸੀਂ ਦੇਖਦੇ ਆ ਜਿੱਥੇ ਕਿ ਲਿਖਿਆ ਹੈ ਕਲਿੱਕ ਕਰੋ, ਉੱਥੇ ਤੁਹਾਨੂੰ ਆਵੇਗਾ ਕਲੌਕ ਐਂਡ ਰੀਜਨ। ਸੋ ਇਹਦੇ ਉੱਤੇ ਤੁਸੀਂ ਕਲਿੱਕ ਕਰਨਾ ਤੇ ਅਗਲੀ ਸਕਰੀਨ ਖੁੱਲੇਗੀ। ਇਹਦੇ ਉੱਤੇ ਲਿਖਿਆ ਹੈ ਰੀਜਨ। ਸੋ ਰੀਜਨ ਦੇ ਵਿੱਚ ਤੁਸੀਂ ਜਿੱਥੇ ਗਲੋਬ ਦਾ ਸਾਈਨ ਹੈ ਜਾਂ ਚਿੰਨ੍ਹ ਹੈ ਉਹਦੇ ਉੱਤੇ ਤੁਸੀਂ ਕਲਿੱਕ ਕਰਨਾ ਹੈ ਤੇ ਅਗਲੀ ਸਕਰੀਨ ਚਿੱਤਰ ਨੰਬਰ 3 ਜੋ ਖੁੱਲੇਗਾ ਉਹ ਤੁਹਾਨੂੰ ਦਿਸੇਗਾ। ਪਿਆਰੇ ਦਰਸ਼ਕੋ, ਇਹ ਜਿਹੜਾ ਤੀਜਾ ਚਿੱਤਰ ਹੈ ਇਸ ਸਟੇਜ ਦੇ ਉੱਤੇ ਆ ਕੇ ਤੁਹਾਨੂੰ ਬਹੁਤ ਹੀ ਧਿਆਨ ਦੇ ਨਾਲ ਹੋਰ ਗੱਲਾਂ ਸਾਰੀਆਂ ਛੱਡ ਕੇ ਸਿਰਫ ਜਿਹੜੀਆਂ ਭਾਸ਼ਾ ਦੀ ਚੋਣ ਹੈ ਉਹਦੇ ਉੱਤੇ ਕਲਿੱਕ ਕਰਨਾ ਪਵੇਗਾ, ਲੈਂਗੁਏਜ ਪ੍ਰੈਫਰੈਂਸਿਸ ਦੇ ਉੱਤੇ। ਸੋ ਇੱਥੇ ਕਲਿੱਕ ਕਰੋਗੇ ਤੁਸੀਂ ਤੇ ਅਗਲੀ ਜੋ ਸਕਰੀਨ ਖੁੱਲੇਗੀ ਉੱਥੋਂ ਤੁਹਾਨੂੰ ਆਪਣੀ ਪੰਜਾਬੀ ਦੀ ਚੋਣ ਕਰਨੀ ਪਵੇਗੀ। ਤੇ ਅਸੀਂ ਦੇਖਦੇ ਹਾਂ ਕਿ ਅਗਲੀ ਜਿਹੜੀ ਸਾਨੂੰ ਜੋ ਸਹੂਲਤ ਦੇ ਰਿਹਾ ਹੈ ਕੰਪਿਊਟਰ ਕਿ ਐਡ ਏ ਲੈਂਗੁਏਜ, ਭਾਵ ਕਿ ਭਾਸ਼ਾ ਨੂੰ ਉਹਦੇ ਉੱਤੇ ਕਿੱਦਾਂ ਸ਼ਾਮਲ ਕਰਨਾ ਹੈ, ਭਾਵ ਕਿ ਭਾਸ਼ਾ ਨੂੰ ਸ਼ਾਮਲ ਕਰਨਾ, ਭਾਵ ਕਿ ਕੀਬੋਰਡ ਨੂੰ ਕਿੱਦਾਂ ਸ਼ਾਮਲ ਕਰਨਾ ਹੈ। ਸੋ ਇੱਥੇ ਤੁਸੀਂ ਕਲਿੱਕ ਕਰੋਗੇ ਤੇ ਫਿਰ ਤੁਹਾਨੂੰ ਅਗਲੀ ਜਿਹੜੀ ਸਕਰੀਨ ਹੈ ਉਹ ਖੁੱਲੇਗੀ। ਉਹਦੇ ਉੱਤੇ ਲਿਖਿਆ ਹੈ ਕਿ ਚੂਜ਼ ਏ ਲੈਂਗੁਏਜ ਟੂ ਇੰਸਟਾਲ, ਕਿ ਭਾਸ਼ਾ ਦੀ ਚੋਣ ਕਰੋ ਜਿਹੜੀ ਕਿ ਤੁਸੀਂ ਪਾਉਣੀ ਚਾਹੁੰਦੇ ਹੋ। ਅਗਰ ਤੁਸੀਂ ਸਕਰੋਲ ਡਾਊਨ ਵੀ ਕਰ ਸਕਦੇ ਹੋ ਥੱਲੇ ਨੂੰ ਸਕਰੋਲ ਕਰਕੇ ਆਪਣੇ ਮਾਊਸ ਦੇ ਨਾਲ ਜਾਂ ਲੈਪਟਾਪ ਦੇ ਕੰਟਰੋਲ ਦੇ ਨਾਲ। ਤੇ ਅਗਰ ਤੁਸੀਂ ਇਹ ਨਹੀਂ ਕਰਨਾ ਚਾਹੁੰਦੇ ਸਮਾਂ ਬਚਾਉਣ ਲਈ ਤੁਸੀਂ ਉਸ ਬ੍ਰੈਕਟ ਦੇ ਵਿੱਚ ਜਿਹੜੀ ਉਹ ਡੱਬੀ ਹੈ ਉੱਤੇ ਬਾਹਰ ਹੈ ਉਹਦੇ ਵਿੱਚ ਤੁਸੀਂ PUN ਜਾਂ ਪੰਜਾਬੀ ਪੂਰਾ ਵੀ ਲਿਖ ਸਕਦੇ ਹੋ, ਅੱਧਾ ਵੀ ਲਿਖ ਸਕਦੇ ਆ। ਤੇ ਇਸ ਕਰਕੇ ਜਦੋਂ ਤੁਸੀਂ ਲਿਖੋਗੇ ਤੇ ਤੁਹਾਨੂੰ ਜਿਹੜੀ ਪੰਜਾਬੀ ਚੁਣਨ ਦੇ ਨਾਲ ਉਹ ਜਿਹੜੀ ਪੱਟੀ ਆ ਉਹ ਨੀਲੀ ਹੋ ਜਾਵੇਗੀ, ਭਾਵ ਕਿ ਉਹ ਭਾਸ਼ਾ ਤੁਹਾਡੇ ਸਾਹਮਣੇ ਆ ਜਾਵੇਗੀ। ਸੋ ਤੁਸੀਂ ਇੱਥੇ ਚੁਣਨਾ ਹੈ ਪੰਜਾਬੀ ਗੁਰਮੁਖੀ ਤੇ ਅੱਗੇ ਤੁਸੀਂ ਕਰਨਾ ਹੈ ਨੈਕਸਟ। ਸੋ ਅਗਲਾ ਬਟਨ ਜਿੱਥੇ ਵੱਡਾ ਐਰੋ ਅਸੀਂ ਥੱਲੇ ਦਾ ਦਿਖਾਇਆ ਹੈ ਉਹਦੇ ਉੱਤੇ ਤੁਸੀਂ ਕਲਿੱਕ ਕਰਨਾ ਹੈ। ਸੋ ਅਗਲਾ ਚਿੱਤਰ ਖੁੱਲੇਗਾ ਨੰਬਰ 6 ਤੇ ਉਹਦੇ ਵਿੱਚ ਦੇਖਦੇ ਹਾਂ ਕਿ ਪੰਜਾਬੀ ਤੁਸੀਂ ਚੁਣ ਲਈ ਹੈ ਜਿਹੜੀ ਕਿ ਉੱਤੇ ਡੱਬੀ ਦੇ ਵਿੱਚ ਆ ਗਈ ਹੈ, ਭਾਵ ਕਿ ਸਿਲੈਕਟ ਕਰ ਲਈ ਹੈ। ਤੇ ਹੁਣ ਤੁਸੀਂ ਇੰਸਟਾਲ ਦੇ ਉੱਤੇ ਉਹਨੂੰ ਹਾਈਲਾਈਟ ਕਰਕੇ ਕਲਿੱਕ ਕਰਕੇ ਤੇ ਅੱਗੇ ਕਰਨਾ ਹੈ ਇੰਸਟਾਲ। ਹੁਣ ਇੱਥੇ ਕਲਿੱਕ ਕਰੋ। ਇਸ ਤੇ ਇੰਸਟਾਲ ਕਰਨ ਦੇ ਨਾਲ ਤੁਹਾਡੇ ਕੰਪਿਊਟਰ ਦੇ ਉੱਤੇ ਜਿਹੜਾ ਪੰਜਾਬੀ ਕੀਬੋਰਡ ਹੈ ਉਹ ਸ਼ਾਮਲ ਹੋ ਗਿਆ ਹੈ, ਭਾਵ ਕਿ ਤੁਸੀਂ ਜੋੜ ਲਿਆ ਹੈ। ਪਰ ਉਸ ਦੀ ਨਿਸ਼ਾਨਦੇਹੀ ਕਰਨ ਵਾਸਤੇ ਤੁਹਾਨੂੰ ਆਪਣੇ ਇਸ ਪੈਨਲ ਦੇ ਵਿੱਚੋਂ ਨਿਕਲ ਕੇ ਤੁਹਾਨੂੰ ਆਪਣੀ ਜੋ ਤੁਸੀਂ ਡੈਸਕਟਾਪ ਤੇ ਜਾਣਾ ਤੇ ਸੱਜੇ ਪਾਸੇ ਤੁਸੀਂ ਦੇਖੋਗੇ ਨਿਸ਼ਾਨ ਤੁਹਾਨੂੰ ਨਜ਼ਰ ਆਵੇਗਾ ਜਿਹਦੇ ਉੱਤੇ ਤੁਹਾਡਾ ਟੈਂਪਰੇਚਰ, ਵੀਡੀਓ ਸਾਈਨ ਹੈ, ਬੈਟਰੀ ਹੈ ਜਾਂ ਤੁਹਾਡਾ ਮਾਈਕਰੋਫੋਨ, ਉਹਦੀ ਸਪੀਕਰ ਦੀ ਆਵਾਜ਼ ਕੀ ਹੈ, ਉੱਥੇ ਤੁਹਾਨੂੰ ਲਿਖਿਆ ਆਵੇਗਾ। ਉੱਥੇ ਕਲਿੱਕ ਕਰੋਗੇ ਤੁਸੀਂ ਜਿੱਥੇ ENG ਲਿਖਿਆ ਹੈ, ਕਲਿੱਕ ਕਰਨ ਦੇ ਨਾਲ ਤੁਹਾਨੂੰ ਦੱਸੇਗਾ ਅੰਗਰੇਜ਼ੀ ਤੇ ਨਾਲ ਦੀ ਨਾਲ ਪੰਜਾਬੀ, ਭਾਵ ਕਿ ਹੁਣ ਤੁਹਾਡੇ ਕੋਲ ਪੰਜਾਬੀ ਜਿਹੜਾ ਕੀਬੋਰਡ ਹੈ ਉਹ ਤੁਹਾਡੇ ਕੋਲ ਸ਼ਾਮਲ ਹੋ ਗਿਆ ਹੈ। ਪਰ ਸਾਡੀ ਹਲੇ ਗੱਲਬਾਤ ਇੱਥੇ ਨਹੀਂ ਖਤਮ ਹੋਈ, ਕਿਉਂਕਿ ਇਹ ਜਿਹੜਾ ਕੀਬੋਰਡ ਹੈ ਇਹ ਅਸੀਂ ਜਿਵੇਂ ਕਿ ਗੱਲ ਕੀਤੀ ਆ, ਇਹ ਹੈ ਪਹਿਲਾ ਜਿਹੜਾ ਕੀਬੋਰਡ ਇਨਸਕ੍ਰਿਪਟ ਜੋ ਕਿ CDAC ਨੇ ਬਣਾਇਆ, ਜਿਹਦੇ ਵਿੱਚ ਕੁਝ ਖਾਮੀਆਂ ਹਨ ਜਾਂ ਕਮੀਆਂ ਹਨ। ਤੇ ਇਸ ਕਰਕੇ ਹੁਣ ਸਾਨੂੰ ਚੁਣਨਾ ਪਵੇਗਾ ਪੰਜਾਬੀ ਐਕਸਲ। ਹੁਣ ਸਾਨੂੰ ਵਾਪਸ ਦੁਬਾਰਾ ਫਿਰ ਉਸੇ ਹੀ ਕੰਟਰੋਲ ਪੈਨਲ ਦੇ ਸਟੇਜ ਤੇ ਜਾਣਾ ਪਵੇਗਾ ਜਿੱਥੇ ਤੁਸੀਂ ਛੱਡਿਆ ਸੀ।
ਤੇ ਉੱਥੇ ਅਸੀਂ ਦੇਖਦੇ ਹਾਂ ਕਿ ਤੁਸੀਂ ਪੰਜਾਬੀ ਜਿਹੜੀ ਆ ਉਹ ਪੈ ਚੁੱਕੀ ਆ ਤੁਹਾਡੇ ਕੰਪਿਊਟਰ ਦੇ ਉੱਤੇ, ਪਰ ਉਹਦੇ ਨਾਲ ਜਿਹੜੀ ਤੁਹਾਨੂੰ ਇੱਕ ਅਗਲੀ ਜਿਹੜੀ ਚੋਣ ਹੈ ਉਹ ਤੁਹਾਨੂੰ ਕਰਨੀ ਪਵੇਗੀ ਆਪਸ਼ਨ। ਸੋ ਪੰਜਾਬੀ ਕੀਬੋਰਡ ਗੇਅਰ ਦੀ ਜਿਹੜੀ ਪੁਸ਼ਟੀ ਹੈ, ਉਹ ਜਿਹੜਾ ਐਰੋ ਹੈ, ਤੀਰ ਹੈ, ਉਹ ਦੱਸ ਰਿਹਾ ਹੈ ਕਿ ਹੋ ਚੁੱਕੀ ਆ, ਪਰ ਤੁਹਾਨੂੰ ਅਗਲਾ ਜਿਹੜਾ ਆਪਸ਼ਨ ਹੈ ਉਹਦੇ ਉੱਤੇ ਜਾ ਕੇ ਪੰਜਾਬੀ ਐਕਸਲ ਵੀ ਸਾਨੂੰ ਚੁਣਨਾ ਪੈਣਾ ਹੈ। ਸੋ ਜਦੋਂ ਅਸੀਂ ਉਸ ਆਪਸ਼ਨ ਤੇ ਕਲਿੱਕ ਕੀਤਾ ਤੇ ਫਿਰ ਹੁਣ ਉਹਨੇ ਦੱਸਿਆ ਤੁਹਾਨੂੰ ਕਿ ਪੰਜਾਬੀ ਗੁਰਮੁਖੀ, ਪਰ ਤੁਹਾਨੂੰ ਇੱਕ ਹੋਰ ਆਪਸ਼ਨ ਆਵੇਗੀ ਗਾਹਾਂ, ਉੱਥੇ ਲਿਖਿਆ ਜਿਵੇਂ ਕਿ ਅਸੀਂ ਜ਼ਿਕਰ ਕੀਤਾ ਕਿ ਪੰਜਾਬੀ ਐਕਸਲ ਦੀ ਚੋਣ ਲਈ ਇੱਥੇ ਕਲਿੱਕ ਕਰੋ। ਸੋ ਤੁਸੀਂ ਅਗਲੀ ਆਪਸ਼ਨ ਦੇ ਉੱਤੇ ਕਲਿੱਕ ਕੀਤਾ ਤੇ ਅਗਲਾ ਜਿਹੜਾ ਚਿੱਤਰ 10 ਨੰਬਰ ਚਿੱਤਰ ਹੈ ਉਹ ਤੁਹਾਨੂੰ ਦੱਸ ਰਿਹਾ ਹੈ ਕਿ ਤੁਹਾਡੇ ਕੋਲ ਪੰਜਾਬੀ ਦੇ 2 ਕੀਬੋਰਡ ਹਨ, ਕਿਉਂਕਿ ਤੁਸੀਂ ਇਹ ਤੁਹਾਨੂੰ ਪੰਜਾਬੀ ਐਕਸਲ ਤਾਂ ਦੱਸੇਗਾ ਅਗਰ ਤੁਸੀਂ ਜਿਵੇਂ ਕਿ ਸ਼ੁਰੂ ਵਿੱਚ ਕਿਹਾ ਸੀ ਕਿ ਤੁਸੀਂ ਪੰਜਾਬੀ ਐਕਸਲ punjabi.com ਤੋਂ ਡਾਊਨਲੋਡ ਕਰ ਚੁੱਕੇ ਹੋ। ਜੇ ਤੁਸੀਂ ਉਹ ਡਾਊਨਲੋਡ ਨਹੀਂ ਕੀਤਾ ਫਿਰ ਤੁਹਾਨੂੰ ਇੱਥੇ ਜਿਹੜੀ ਪੰਜਾਬੀ ਐਕਸਲ ਦੀ ਜਿਹੜੀ ਚੋਣ ਆ ਉਹ ਤੁਹਾਨੂੰ ਨਹੀਂ ਦਿਸੇਗੀ। ਸੋ ਤੁਸੀਂ ਪੰਜਾਬੀ ਐਕਸਲ ਚੁਣ ਲਿਆ ਹੈ ਤੇ ਇਸ ਕਰਕੇ ਤੁਸੀਂ ਪੰਜਾਬੀ ਐਕਸਲ ਦੇ ਉੱਤੇ ਕਲਿੱਕ ਕਰਨਾ ਹੈ। ਤੇ ਅਗਲੇ ਚਿੱਤਰ ਦੇ ਵਿੱਚ ਜਦੋਂ ਕਲਿੱਕ ਕਰਾਂਗੇ ਫਿਰ ਤੁਹਾਨੂੰ, ਕਿਉਂਕਿ ਹੁਣ ਤੁਸੀਂ ਪੰਜਾਬੀ ਐਕਸਲ ਵੀ ਐਡ ਕਰ ਲਿਆ ਹੈ, ਤੇ ਫਿਰ ਆਪਾਂ ਸਕਰੀਨ ਤੇ ਦੇਖਿਆ ਜਾ ਕੇ ਸੱਜੇ ਪਾਸੇ ਜਿੱਥੇ ਕਿ ਪਹਿਲਾਂ ਵੀ ਜਾ ਕੇ ਦੇਖਿਆ, ਜਿੱਥੇ ਤੁਹਾਡਾ ਸਪੀਕਰ ਦਾ ਸਾਈਨ ਹੈ, ਜਿੱਥੋਂ ਕਿ ਤੁਹਾਨੂੰ ਕੀਬੋਰਡ ਦਾ ਪਤਾ ਲੱਗਦਾ ਹੈ ਕਿ ਅਸੀਂ ਕਿਹੜਾ ਕੀਬੋਰਡ ਚੁਣਨਾ ਹੈ, ਉੱਥੇ ਤੁਸੀਂ ਕਲਿੱਕ ਕੀਤਾ ਤੇ ਹੁਣ ਤੁਹਾਨੂੰ 3 ਕੀਬੋਰਡ ਤੁਹਾਡੀ ਨਜ਼ਰ ਆ ਚੁੱਕੇ ਆ। ਇੱਥੇ ਦਰਸ਼ਕਾਂ ਨੂੰ ਦੱਸਣਾ ਇਹ ਜ਼ਰੂਰੀ ਆ ਕਿ ਤੁਹਾਡੇ ਕੰਪਿਊਟਰ ਦੇ ਉੱਤੇ 1 ਤੋਂ ਜ਼ਿਆਦਾ ਜਾਂ 3 ਤੋਂ ਜ਼ਿਆਦਾ ਕੀਬੋਰਡ ਹੋ ਸਕਦੇ ਆ, ਜਿਨ੍ਹਾਂ ਸਾਡੇ ਪੰਜਾਬੀਆਂ ਨੂੰ ਜਰਮਨ ਆਉਂਦੀ ਆ, ਫ੍ਰੈਂਚ ਆਉਂਦੀ ਆ, ਜਾਂ ਸਪੇਨੀ ਭਾਸ਼ਾ ਆਉਂਦੀ ਆ, ਪੁਰਤਗਾਲੀ ਭਾਸ਼ਾ ਆਉਂਦੀ ਆ, ਉਹਨਾਂ ਵਾਸਤੇ ਉਹ ਵੱਖਰੇ ਵੱਖਰੇ ਕੀਬੋਰਡ ਵੀ ਵਰਤ ਸਕਦੇ ਆ। ਪਰ ਕਿਉਂਕਿ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ, ਕਿਉਂਕਿ ਅੰਗਰੇਜ਼ੀ ਦਾ ਜ਼ਿਆਦਾ ਬੋਲਬਾਲਾ ਹੈ, ਸੋ ਇਸ ਕਰਕੇ ਹੁਣ ਸਾਨੂੰ ਜਿਹੜੇ 3 ਕੀਬੋਰਡ ਦਿਸੇ ਆ। ਇੱਥੇ ਤੁਹਾਨੂੰ ਅਸੀਂ ਇੱਕ ਦੱਸ ਦਈਏ ਥੋੜਾ ਜਿਹਾ ਕਿ ਪੰਜਾਬੀ ਐਕਸਲ ਦੀ ਜਿਹੜੀ ਚੋਣ ਹੈ ਉਹ ਸਾਨੂੰ ਰੱਖਣੀ ਲਾਜ਼ਮੀ ਹੈ, ਤੇ ਇਸ ਕਰਕੇ ਅਸੀਂ ਚਾਹਾਂਗੇ, ਸੁਝਾਅ ਦੇਵਾਂਗੇ, ਪਰ ਸਾਡਾ ਦਾਅਵਾ ਨਹੀਂ, ਬਾਕੀ ਤੁਹਾਡੀ ਜਿਹੜੀ ਦਰਸ਼ਕਾਂ ਦੀ ਜਾਂ ਸਾਡੇ ਪਾਠਕਾਂ ਦੀ ਜਾਂ ਵਰਤੋਂਕਾਰਾਂ ਦੀ ਜਿਹੜੀ ਚੋਣ ਹੈ ਉਹ ਉਹਨਾਂ ਦਾ ਫੈਸਲਾ ਆਪਣਾ ਹੈ। ਅਸੀਂ ਚਾਹਾਂਗੇ ਜਿਹੜਾ ਪੰਜਾਬੀ ਕੀਬੋਰਡ ਹੈ, ਜਿਹੜਾ ਗੁਰਮੁਖੀ ਦੋਹਾਂ ਉੱਤੇ ਲਿਖਿਆ ਹੈ, ਪਰ ਪੰਜਾਬੀ ਕੀਬੋਰਡ ਤੇ ਇੱਕ ਪੰਜਾਬੀ ਐਕਸਲ ਕੀਬੋਰਡ, ਅਸੀਂ ਐਕਸਲ ਹੀ ਰੱਖਣਾ ਹੈ। ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ PA ਵਾਲਾ ਪੰਜਾਬੀ ਵਾਲਾ ਕੀਬੋਰਡ ਹੈ ਉਸ ਨੂੰ ਮਿਟਾ ਦਿੱਤਾ ਜਾਵੇ, ਪਰ ਅਗੇਨ ਚੋਣ ਤੁਹਾਡੀ ਹੈ, ਫੈਸਲਾ ਤੁਹਾਡਾ ਹੈ। ਤੇ ਫਿਰ ਸਾਨੂੰ ਕੰਟਰੋਲ ਪੈਨਲ ਵਿੱਚ ਜਾ ਕੇ ਅਸੀਂ ਦੇਖਿਆ ਹੈ ਕਿ ਤੁਸੀਂ ਪੰਜਾਬੀ ਇਨਸਕ੍ਰਿਪਟ ਨੂੰ ਹਾਈਲਾਈਟ ਕੀਤਾ ਹੈ ਤੇ ਨਾਲ ਤੁਹਾਨੂੰ ਇੱਕ ਆਪਸ਼ਨ ਆ ਗਈ ਹੈ ਕਿ ਰਿਮੂਵ ਪੰਜਾਬੀ ਇਨਸਕ੍ਰਿਪਟ। ਸੋ ਇਸ ਕਰਕੇ ਅਸੀਂ ਇਹ ਸੁਝਾਅ ਦੇ ਰਹੇ ਹਾਂ ਕਿ ਹੋਰ ਪੰਜਾਬੀ ਕੀਬੋਰਡ ਬੰਦ ਕਰਨ ਲਈ ਤੁਹਾਨੂੰ ਉਸ ਨੂੰ ਰਿਮੂਵ ਕਰਨਾ ਪਵੇਗਾ। ਨੋਟ ਵੀ ਦਿੱਤਾ ਹੈ ਕਿ ਪੰਜਾਬੀ ਐਕਸਲ ਹੀ ਇਨਸਕ੍ਰਿਪਟ ਦਾ ਵਿਰਧਕ ਰੂਪ ਹੈ, ਭਾਵ ਕਿ ਇਨਹੈਂਸਡ ਵਰਸ਼ਨ ਹੈ। ਸੋ ਜੋ ਤੁਸੀਂ ਉਸ ਨੂੰ ਰਿਮੂਵ ਕਰੋਗੇ ਫਿਰ ਤੁਸੀਂ ਸਕਰੀਨ ਤੇ ਜਾ ਕੇ ਦੇਖੋਗੇ ਕਿ ਤੁਹਾਨੂੰ ਹੁਣ ਸਿਰਫ 2 ਕੀਬੋਰਡ ਹੀ ਤੁਹਾਡੀ ਸਕਰੀਨ ਦੇ ਉੱਤੇ ਆਏ ਹਨ। ਸੋ ਇਸ ਦਾ ਮਤਲਬ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਬਰਤਾਨੀਆ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਤੁਹਾਨੂੰ 2 ਕੀਬੋਰਡ ਹੀ ਨਜ਼ਰ ਆਉਣਗੇ, ਕਿਉਂਕਿ ਇਹਨਾਂ ਮੁਲਕਾਂ ਦੀ ਜਿਹੜੀ ਮੁੱਖ ਭਾਸ਼ਾ ਉਹ ਰੋਮਨ ਲਿਪੀ ਹੈ ਤੇ ਪੰਜਾਬੀ ਅਸੀਂ ਵਰਤਣੀ ਹੈ। ਪਰ ਯੂਰਪੀਅਨ ਮੁਲਕਾਂ ਦੇ ਵਿੱਚ ਦੇਖਦੇ ਹਾਂ ਕਿ ਜਿੱਥੇ ਅੰਗਰੇਜ਼ੀ ਆਈ ਹੈ, ਸ਼ਾਇਦ ਉਹਨਾਂ ਦੀ ਭਾਸ਼ਾ ਜਰਮਨ, ਫਰਾਂਸੀਸੀ, ਸਪੈਨਿਸ਼, ਰਸ਼ੀਅਨ, ਇਟਾਲੀਅਨ, ਉਹ ਸਾਰੀਆਂ ਭਾਸ਼ਾਵਾਂ ਅੰਗਰੇਜ਼ੀ ਦੀ ਜਗ੍ਹਾ ਤੁਹਾਨੂੰ ਦਿਖਾਈ ਦੇਣਗੀਆਂ। ਹੋ ਸਕਦਾ ਤੁਹਾਡੇ ਕੋਲ 3 ਕੀਬੋਰਡ ਵੀ ਹੋ ਸਕਦੇ ਆ, ਕਿਉਂਕਿ ਅੰਗਰੇਜ਼ੀ ਵੀ ਤੁਸੀਂ ਲਿਖਣੀ ਚਾਹੁੰਦੇ ਆ। ਸੋ ਸਾਡੇ ਕੋਲ ਹੁਣ ਇਸ ਵੇਲੇ ਪਤਾ ਲੱਗ ਗਿਆ ਕਿ ਅਸੀਂ 2 ਕੀਬੋਰਡ ਅਸੀਂ ਚੁਣ ਲਏ ਹਨ, ਭਾਵ ਕਿ ਸਾਡਾ ਜਿਹੜਾ ਕੰਪਿਊਟਰ ਹੈ ਇਹ 2 ਭਾਸ਼ਾਵਾਂ ਲਿਖਣ ਦੇ ਸਮਰੱਥ ਹੋ ਗਿਆ ਹੈ। ਪਰ ਸਾਡੀ ਜਿਹੜੀ ਮੁੱਖ ਸਾਡਾ ਵਿਸ਼ਾ ਹੈ ਉਹ ਹੈ ਪੰਜਾਬੀ ਭਾਸ਼ਾ ਦਾ। ਸੋ ਇਹ ਸਾਨੂੰ ਤਸੱਲੀ ਹੋ ਗਈ ਹੈ, ਪਰ ਅਗਲੀ ਤਸੱਲੀ ਅਸੀਂ ਦੇਖਾਂਗੇ ਕਿ ਜਾ ਕੇ ਇਹ ਜਿਹੜਾ ਪੰਜਾਬੀ ਕੀਬੋਰਡ ਦੀ ਚੋਣ ਦਾ ਨਿਸ਼ਾਨ ਹੈ ਉਹ ਹੈ ਸਾਡੇ ਕੋਲ ਪੱਪੇ ਉੱਤੇ ਟਿੱਪੀ। ਤੇ ਜਿਵੇਂ ਗੱਲ ਕੀਤੀ ਹੈ ਕਿ ਅਗਰ ਇਹ ਇਨਸਕ੍ਰਿਪਟ ਕੀਬੋਰਡ, ਮਾਫ ਕਰਨਾ, ਪੰਜਾਬੀ ਐਕਸਲ ਕੀਬੋਰਡ ਨਾ ਹੁੰਦਾ ਫਿਰ ਸ਼ਾਇਦ ਤੁਹਾਨੂੰ ਇਹਦੇ ਉੱਤੇ PA ਦਾ ਸਾਈਨ ਆਉਂਦਾ ਕਿ ਪੰਜਾਬੀ ਕੀਬੋਰਡ ਵਾਸਤੇ, ਪੰਜਾਬੀ ਵਾਸਤੇ। ਸੋ ਅਸੀਂ ਹੁਣ ਇਹ ਨਿਸ਼ਚਾ ਕਰ ਲਿਆ ਕਿ ਸਾਡਾ ਜਿਹੜਾ ਕੰਪਿਊਟਰ ਹੈ ਜਾਂ ਲੈਪਟਾਪ ਹੈ ਉਹਦੇ ਉੱਤੇ ਪੰਜਾਬੀ ਕੀਬੋਰਡ ਸ਼ਾਮਲ ਹੋ ਗਿਆ ਹੈ।
ਸੋ ਥੋੜੀ ਜਿਹੀ ਅਸੀਂ ਅਭਿਆਸ ਦੀ ਗੱਲ ਕਰਦੇ ਹਾਂ ਕਿ ਇਹ ਜਿਹੜਾ ਕੀਬੋਰਡ ਪੰਜਾਬੀ ਐਕਸਲ ਹੈ, ਜਿਹੜੀਆਂ ਇਹਦੇ ਵਿੱਚ ਖਾਸ ਵਿਸ਼ੇਸ਼ਤਾਵਾਂ ਨੇ ਜਾਂ ਖਾਸ ਫਾਇਦੇ ਨੇ, ਉਹ ਜਿਹੜੇ ਕਿ ਦੂਜੇ ਕੀਬੋਰਡਾਂ ਵਿੱਚ ਤਾਂ ਹੈ ਹੀ ਨਹੀਂ। ਖਾਸ ਤੌਰ ਤੇ ਜਿਹੜਾ ਪੰਜਾਬੀ ਇਨਸਕ੍ਰਿਪਟ ਦੀ ਗੱਲ ਕਰਦੇ ਹਾਂ, ਜਿਸ ਨੂੰ ਅਸੀਂ ਪਹਿਲਾਂ ਦਿਖਾਇਆ ਸੀ, ਜਿਹਦੇ ਵਿੱਚ ਕੁਝ ਸੰਤਰੀ ਰੰਗ ਦੀਆਂ ਖਾਲੀ ਕੁੰਜੀਆਂ ਸਨ, ਉਹ ਜਿਹੜੀ ਸਮਰੱਥਾ ਹੈ ਉਹ ਉਸ ਕੀਬੋਰਡ ਵਿੱਚ ਨਹੀਂ, ਇਹ ਪੰਜਾਬੀ ਐਕਸਲ ਦੇ ਵਿੱਚ ਹੈ। ਸੋ ਆਹ ਜਿਹੜੀ ਅਸੀਂ ਪੈਰਾਂ ਵਿੱਚ ਅੱਖਰ ਪਾਉਣ ਦੀ ਵਿਧੀ ਬਾਰੇ ਦੱਸਣ ਲੱਗੇ ਹਾਂ, ਇਹ ਸਿਰਫ ਪੰਜਾਬੀ ਐਕਸਲ ਦੇ ਨਾਲ ਹੀ ਸੰਭਵ ਹੈ। ਸੋ ਪੈਰ ਵਿੱਚ ਹਾਹਾ, ਵਾਵਾ, ਰਾਰਾ, ਇਹ ਸ਼ਿਫਟ ਦੇ ਨਾਲ ਕ੍ਰਮਵਾਰ ਪਹਿਲੀ ਕੁੰਜੀ, ਜਿਹੜੀ ਕੀਬੋਰਡ ਦੀ ਪਹਿਲੀ ਕੁੰਜੀ ਹੈ ਉੱਪਰ, ਐਸਕੇਪ ਤੋਂ ਥੱਲੇ ਤੇ 1 ਅਤੇ 3 ਨੂੰ ਦਬਾ ਕੇ ਇਹ ਜਿਹੜੇ ਪੈਰਾਂ ਵਿੱਚ ਅੱਖਰ ਪਾਏ ਜਾ ਸਕਦੇ ਆ। ਪਰ ਯਾਦ ਰਹੇ, ਅੱਗੇ ਤੁਸੀਂ ਅੱਧਾ ਜਈਆ ਪਾਉਣਾ ਹੈ ਤਾਂ ਤੁਹਾਨੂੰ ਸ਼ਿਫਟ ਦੇ ਨਾਲ 2 ਨੰਬਰ ਦੱਬਣਾ ਪਵੇਗਾ ਤਾਂ ਕਿ ਜਿਹੜਾ ਅੱਧਾ ਜਈਆ ਤੁਸੀਂ ਪਾ ਸਕਦੇ ਆ। ਇੱਕ ਹੋਰ ਜਿਹੜੀ ਖਾਸੀਅਤ ਇਸ ਦੇ ਵਿੱਚ ਇਹ ਹੈ ਕਿ ਪੈਰ ਵਿੱਚ ਅੱਖਰ ਪਾਉਣ ਲਈ ਬਿਨਾਂ ਸ਼ਿਫਟ ਡੀ ਕੁੰਜੀ ਭਾਵ ਕਿ ਹਲੰਤ, ਜਿਹੜਾ ਤੁਹਾਨੂੰ ਅਸੀਂ ਉਸ ਦਾ ਚਿੱਤਰ ਵੀ ਦਿਖਾਇਆ ਗਿਆ ਹੈ, ਇਸ ਦੀ ਬੜੀ ਅਹਿਮ ਭੂਮਿਕਾ ਹੈ। ਡੀ ਤੋਂ ਬਾਅਦ ਪੈਰ ਵਿੱਚ ਪਾਉਣ ਵਾਲੇ ਅੱਖਰ ਦੀ ਕੁੰਜੀ ਦੱਬਣ ਦੇ ਨਾਲ ਲੋੜੀਂਦਾ ਅੱਖਰ ਪੈਰ ਵਿੱਚ ਪਾਇਆ ਜਾ ਸਕਦਾ ਹੈ। ਯਾਦ ਰਹੇ ਕਿ ਬਿਨਾਂ ਸ਼ਿਫਟ ਡੀ ਕੁੰਜੀ ਨਾਲ ਪੈਰ ਵਿੱਚ ਪੈਣ ਵਾਲਾ ਹਲੰਤ ਰਾਰਾ ਨਹੀਂ ਹੁੰਦਾ। ਮਿਸਾਲ ਦੇ ਤੌਰ ਤੇ ਤੁਹਾਨੂੰ 2 ਅਸੀਂ ਪੱਪਾ ਉਹਦੇ ਪੈਰ 'ਚ ਹਲੰਤ ਤੇ ਨਾਲ ਪੱਪੇ ਦੇ ਪੈਰ 'ਚ ਜਿਹੜਾ ਰਾਰਾ ਪਾਇਆ ਹੈ, ਉਹਨਾਂ ਦਾ ਜਿਹੜਾ ਫਰਕ ਹੈ ਉਹ ਸਪਸ਼ਟ ਤੌਰ ਦੇ ਉੱਤੇ ਤੁਹਾਨੂੰ ਅਸੀਂ ਦਿਖਾ ਦਿੱਤਾ ਹੈ। ਸੋ ਇਹ ਵੀ ਯਾਦ ਰਹੇ ਕਿ ਐੜਾ ਪਾਉਣ ਲਈ ਇਸ ਨਾਲ ਕੁੰਜੀ ਜਿਹੜੀ ਸ਼ਿਫਟ ਕੁੰਜੀ ਆ ਭਾਵ ਕਿ ਡੀ ਜਿਹੜੀ ਹੈ ਉਸ ਦੀ ਵਰਤੋਂ ਹੁੰਦੀ ਹੈ। ਅਗਰ ਸ਼ਿਫਟ ਦੇ ਨਾਲ ਆਪਾਂ ਡੀ ਕੁੰਜੀ ਦੱਬਾਂਗੇ ਤੇ ਉਸ ਦੇ ਨਾਲ ਪਵੇਗਾ ਇਕੱਲਾ ਹੀ ਐੜਾ, ਤੇ ਜੇ ਅਸੀਂ ਐੜੇ ਨੂੰ ਕਰੌੜਾ ਪਾਉਣਾ ਹੋਵੇ, ਉਹ ਅਸੀਂ ਜਿਵੇਂ ਤੁਸੀਂ ਕੀਬੋਰਡ ਦੇ ਉੱਤੇ ਦੇਖਿਆ ਵੀ ਹੈ, ਉਹ ਤੁਹਾਨੂੰ ਸ਼ਿਫਟ ਤੇ ਨਾਲ ਕਿਉ ਦੱਬਣਾ ਪਵੇਗਾ ਤੇ ਉੱਥੇ ਕਰੌੜਾ ਪਵੇਗਾ। W ਦੱਬਾਂਗੇ ਤਾਂ ਐੜੇ ਨੂੰ ਦਲਾਵਾਂ ਪੈਣਗੀਆਂ, ਤੇ ਅਸੀਂ ਸ਼ਿਫਟ ਤੇ E ਦੱਬਾਂਗੇ ਫਿਰ ਐੜੇ ਨੂੰ ਕੰਨਾ ਪਵੇਗਾ। ਸੋ ਇਹ ਤੁਹਾਨੂੰ ਅਭਿਆਸ ਵੀ ਕਰਨਾ ਪਵੇਗਾ। ਤੇ ਅਸੀਂ ਹੁਣ ਦੇਖਦੇ ਹਾਂ ਕਿ ਇੱਕ ਹੋਰ ਜਿਹੜੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਕੀਬੋਰਡ ਦੇ ਨਾਲ ਪੈਰਾਂ ਵਿੱਚ ਰਾਰਾ, ਵਾਵਾ ਜਾਂ ਯਈਆ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਦੇ ਵਿੱਚ ਜਿਹੜੇ ਖਾਸ ਤੌਰ ਤੇ ਸ਼ਬਦ ਆਏ ਨੇ ਬਹੁਤ ਸਾਰੇ, ਉਹਦੇ ਵਿੱਚ ਤੱਤਾ, ਚਿੱਚਾ, ਟਹਿਕਾ ਅਤੇ ਨੰਨਾ ਜਿਹੜੇ ਆਦਿ ਅੱਖਰ ਵੀ ਵਰਤੇ ਗਏ ਆ। ਸੋ ਇਸ ਕੀਬੋਰਡ ਦੀ ਜਿਹੜੀ ਖਾਸੀਅਤ ਹੈ ਉਹ ਇਹ ਹੈ ਕਿ ਇਹਨਾਂ ਅੱਖਰਾਂ ਨੂੰ ਪੈਰਾਂ ਵਿੱਚ ਸੌਖਿਆ ਹੀ ਪਾਇਆ ਜਾ ਸਕਦਾ ਹੈ। ਸੋ ਉਪਰੋਕਤ ਅੱਖਰ ਜਿਵੇਂ ਕਿ ਗੁਰਬਾਣੀ ਵਿੱਚ ਆਏ, ਇਹ ਸਾਰੇ ਹੀ ਇਸ ਕੀਬੋਰਡ ਦੇ ਨਾਲ ਪੈਰੀ ਪਾਏ ਜਾਂ ਵਰਤੇ ਜਾ ਸਕਦੇ ਹਨ, ਜਿਵੇਂ ਕਿ ਪੁਸਤਕ, ਪਸ਼ਚਿਮ, ਮਿਸਟ, ਮਸਤਕ, ਕ੍ਰਿਸ਼ਨ। ਤੇ ਬਹੁਤ ਸਾਰੇ ਜਿਹੜੇ ਜਗਿਆਸੂ ਭੈਣ ਭਰਾ ਨੇ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੋਵੇ, ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਿਆ ਹੋਵੇ, ਉਹਦੇ ਵਿੱਚ ਤੁਹਾਨੂੰ ਤਕਰੀਬਨ 1200-1300 ਅੰਗ ਦੇ ਲਾਗੇ ਛਾਗੇ ਇਹ ਜਿਹੜੇ ਬਹੁਤ ਸਾਰੇ ਸ਼ਬਦ ਤੁਹਾਨੂੰ ਇਸ ਤਰ੍ਹਾਂ ਗੁਰਬਾਣੀ ਵਿੱਚ ਦਿਸਣਗੇ, ਜਿਹੜੇ ਕਿ ਤੁਸੀਂ ਇਹਨਾਂ ਨੂੰ ਪਾ ਸਕਦੇ ਆ। ਜਿੱਥੇ ਇਹ ਗੁਰੂ ਸਾਹਿਬ ਜੀ ਦੀ ਇੱਕ ਬੜੀ ਖਾਸੀਅਤ ਸੀ ਕਿ ਉਚਾਰਨ ਨੂੰ ਮੁੱਖ ਰੱਖ ਕੇ, ਜਿੱਥੇ ਤੱਤਾ ਦੀ ਆਵਾਜ਼ ਬਹੁਤ ਘੱਟ ਆਉਂਦੀ ਹੈ ਜਾਂ ਚੱਚੇ ਦੀ ਆਵਾਜ਼ ਬਹੁਤ ਘੱਟ ਆਉਂਦੀ ਹੈ, ਗੁਰੂ ਸਾਹਿਬ ਜੀ ਨੇ ਉਹੀ ਜਿਹੜੇ ਅੱਖਰ ਆ ਉਹ ਪੈਰਾਂ ਵਿੱਚ ਪਾਏ ਆ, ਪਸ਼ਚਿਮ, ਮਿਸਟ, ਮਸਤਕ। ਸੋ ਅਸੀਂ ਇੱਕ ਵਾਰ ਫਿਰ ਕਹਿ ਦਈਏ ਕਿ ਇਹ ਜਿਹੜੇ ਸੁਵਿਧਾ ਹੈਗੀ ਆ ਜਾਂ ਸਹੂਲਤ ਹੈਗੀ ਆ, ਇਹ ਕਿਸੇ ਹੋਰ ਕੀਬੋਰਡ ਦੇ ਨਾਲ ਸੰਭਵ ਨਹੀਂ, ਇਹ ਪੰਜਾਬੀ ਐਕਸਲ ਦੇ ਨਾਲ ਹੀ ਪਾਏ ਜਾ ਸਕਦੇ ਆ। ਸੋ ਉਮੀਦ ਹੈ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਤੁਸੀਂ ਆਪਣੇ ਡੈਸਕ ਜਾਂ ਲੈਪਟਾਪ ਦੇ ਉੱਤੇ ਪੰਜਾਬੀ ਕੀਬੋਰਡ ਦੀ ਚੋਣ ਕਰਨ ਦੇ ਵਿੱਚ ਭਾਵ ਕਿ ਪੰਜਾਬੀ ਕੇਅਰ ਪਾਉਣ ਦੇ ਵਿੱਚ ਕਾਮਯਾਬ ਹੋ ਗਏ ਹੋ। ਪੰਜਾਬੀ ਲਿਖਣ ਵੇਲੇ ਆਪਣੀ ਮਸ਼ੀਨ ਦੇ ਉੱਤੇ ਪੰਜਾਬੀ ਕੀਬੋਰਡ ਦੀ ਚੋਣ ਕਰਨਾ ਨਾ ਭੁੱਲਣਾ, ਜਿਵੇਂ ਕਿ ਤੁਹਾਨੂੰ ਅਸੀਂ ਪਿਛਲੇ ਚਿੱਤਰ ਨੰਬਰ 13 ਵਿੱਚ ਦਿਖਾਇਆ ਹੈ। ਇੱਥੇ ਬਹੁਤ ਇੱਕ ਹੋਰ ਗੱਲ ਧਿਆਨ ਰੱਖਣ ਵਾਲੀ ਹੈ ਕਿ ਖਾਸ ਤੌਰ ਤੇ ਜਿਹੜੇ ਸਾਡੇ ਯੂਰਪੀਅਨ ਮੁਲਕਾਂ ਦੇ ਪੰਜਾਬੀ ਨੇ, ਇਟਲੀ ਵਾਲੇ, ਜਰਮਨੀ ਵਾਲੇ, ਫਰਾਂਸ ਵਾਲੇ, ਪੁਰਤਗਾਲ ਵਾਲੇ, ਸਪੇਨ ਵਾਲੇ ਜਾਂ ਅਰਜਨਟੀਨਾ ਵਾਲੇ ਵੀ ਜਿਹੜੇ ਕਿ ਪੁਰਤਗਾਲੀ ਭਾਸ਼ਾ ਬੋਲਦੇ ਨੇ, ਉਹਨਾਂ ਨੂੰ ਜਦੋਂ ਤੁਸੀਂ ਕੰਪਿਊਟਰ ਉੱਤੇ ਪੰਜਾਬੀ ਲਿਖਣੀ ਹੈ ਉਦੋਂ ਹੀ ਤੁਸੀਂ ਕੰਪਿਊਟਰ ਦਾ ਜਿਹੜਾ ਪੰਜਾਬੀ ਕੀਬੋਰਡ ਚੁਣਨਾ ਹੈ। ਅਗਰ ਤੁਸੀਂ ਆਪਣੇ ਹੋਰ ਜਿਹੜੇ ਘਰੇਲੂ ਕੰਮ ਨੇ, ਤੁਹਾਡੇ ਦਫ਼ਤਰੀ ਕੰਮ ਨੇ, ਜਿਹੜੇ ਤੁਸੀਂ ਆਪਣੇ ਮੁਲਕ ਦੀ ਭਾਸ਼ਾ ਵਿੱਚ ਕਰਦੇ ਹੋ, ਉਹ ਤੁਸੀਂ ਆਪਣੇ ਮੁਲਕ ਜਿਹੜੀ ਭਾਸ਼ਾ ਹੈ ਜਾਂ ਉਹ ਕੀਬੋਰਡ ਹੈ ਉਹ ਚੁਣਨਾ ਹੈ। ਤੇ ਅਗਰ ਤੁਸੀਂ ਅੰਗਰੇਜ਼ੀ ਵਿੱਚ ਕਰਨਾ ਹੈ ਫਿਰ ਤੁਸੀਂ ਅੰਗਰੇਜ਼ੀ ਦਾ ਕੀਬੋਰਡ ਵੀ ਰੱਖ ਸਕਦੇ ਆ। ਸੋ ਫੈਸਲਾ ਤੁਹਾਡੇ ਹੱਥ ਹੈ। ਤੋਂ ਕੋਸ਼ਿਸ਼ ਕਰਨੀ ਹੈ ਕਿ ਵੱਧ ਤੋਂ ਵੱਧ ਆਪਾਂ ਪੰਜਾਬੀ ਦੀ ਜਿਹੜੀ
ਅਭਿਆਸ ਕਰਨਾ ਹੈ, ਵਰਤੋਂ ਕਰਨੀ ਹੈ। ਸੋ ਅਖੀਰ ਦੇ ਵਿੱਚ ਅਸੀਂ ਇਹੀ ਕਹਿਣਾ ਚਾਹਾਂਗੇ ਆਪਣੇ ਦਰਸ਼ਕਾਂ ਨੂੰ ਕਿ ਇਨਸਕ੍ਰਿਪਟ ਕੀਬੋਰਡ ਹੀ ਇੱਕੋ ਇੱਕ ਪੰਜਾਬੀ ਦਾ ਸਮਰੱਥ ਕੀਬੋਰਡ ਹੈ। ਭਾਵ ਕਿ ਨਾਲ ਦੀ ਨਾਲ ਅਸੀਂ ਇਹ ਵੀ ਕਹਿ ਦਈਏ ਕਿ ਪੰਜਾਬੀ ਐਕਸਲ ਹੀ ਇਸ ਦਾ ਵਿਰਧਕ ਰੂਪ ਹੈ, ਭਾਵ ਕਿ ਇਨਹੈਂਸਡ ਵਰਸ਼ਨ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਤੁਹਾਨੂੰ ਮੌਜੂਦ ਨੇ ਜਾਂ ਉਪਲਬਧ ਨੇ। ਸੋ ਇਹ ਜਿਹੜਾ ਕੀਬੋਰਡ ਹੈ ਇਹ ਮਾਈਕਰੋਸਾਫਟ ਤੇ ਐਪਲ ਦੇ ਵੱਲੋਂ ਮਾਨਤਾ ਪ੍ਰਾਪਤ ਹੈ, ਜਿਸ ਤੋਂ ਬਿਨਾਂ ਪੰਜਾਬੀ ਭਾਸ਼ਾ ਦੀ ਨਾ ਸੰਭਾਲ ਸੰਭਵ ਹੈ ਅਤੇ ਨਾ ਹੀ ਪੰਜਾਬੀ ਦਾ ਭਵਿੱਖ ਸੁਰੱਖਿਅਤ ਹੈ। ਜਿਵੇਂ ਕਿ ਅਸੀਂ ਸ਼ੁਰੂ ਵਿੱਚ ਕਿਹਾ ਕਿ ਉਹ ਭਾਸ਼ਾ ਖਤਮ ਹੋ ਜਾਵੇਗੀ ਜਾਂ ਉਹ ਭਾਸ਼ਾਵਾਂ ਅਲੋਪ ਹੋ ਜਾਣਗੀਆਂ ਜਿਨ੍ਹਾਂ ਦੇ ਕੋਲ ਆਪਣਾ ਨਿੱਜੀ ਭਾਸ਼ਾ ਦਾ ਕੀਬੋਰਡ ਨਹੀਂ ਹੈ, ਜਿਹਦੇ ਉੱਤੇ ਤੁਸੀਂ ਉਸ ਭਾਸ਼ਾ ਦੀ ਲਿਪੀ ਨੂੰ ਲਿਖ ਸਕਦੇ ਆ। ਸੋ ਇਸ ਨੂੰ ਸਿੱਖਣਾ ਅਤੇ ਵਰਤਣਾ ਹਰ ਪੰਜਾਬੀ ਦਾ ਧਰਮ ਹੈ। ਯਾਦ ਰਹੇ ਕਿ ਹਰ ਜਗਿਆਸੂ ਉਦਮ ਕਰੇ ਅਤੇ ਅਭਿਆਸ ਕਰੇ। ਅਭਿਆਸ ਦੇ ਨਾਲ ਹੀ ਤੁਹਾਡੀ ਜਿਹੜੀ ਸੰਪੂਰਨਤਾ, ਮੁਕੰਮਲਤਾ ਉਹ ਹੋ ਸਕਦੀ ਹੈ। ਅਗਰ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ, ਕੋਈ ਮਦਦ ਚਾਹੀਦੀ ਹੋਵੇ, ਤਾਂ ਤੁਸੀਂ ਕਿਸੇ ਵੀ ਝਿਜਕ ਤੋਂ ਬਿਨਾਂ ਸਾਨੂੰ ਸੰਪਰਕ ਕਰ ਸਕਦੇ ਆ। ਸੋ ਪੰਜਾਬੀ ਵਿਕਾਸ ਮੰਚ ਨੂੰ ਬੜੀ ਖੁਸ਼ੀ ਹੋਵੇਗੀ ਕਿ ਆਪਣੇ ਜਗਿਆਸੂ ਭੈਣਾਂ ਭਰਾਵਾਂ ਦੀ ਮਦਦ ਕਰਕੇ। ਸੋ ਤੁਹਾਨੂੰ ਅਸੀਂ 2 ਈਮੇਲ ਵੀ ਦੇ ਦਿੱਤੇ ਹਨ, ਤੇ ਕਿਉਂਕਿ ਅੱਜ ਕੱਲ੍ਹ WhatsApp ਦੇ ਉੱਤੇ ਲੋਕ ਮਾਧਿਅਮ ਦਾ ਯੁੱਗ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ, ਕਿ ਤੁਸੀਂ ਜਿਹੜੇ ਆਪਣੇ ਵਿਚਾਰ ਆ ਉਹ ਸਾਡੇ ਨਾਲ ਇਹਨਾਂ 2 ਨੰਬਰਾਂ ਦੇ ਉੱਤੇ ਵੀ ਕਰ ਸਕਦੇ ਆ। ਕੋਈ ਕਿਸੇ ਨੂੰ ਕੋਈ ਸਵਾਲ ਹੈ, ਕੋਈ ਮੁਸ਼ਕਲ ਆਉਂਦੀ ਹੈ, ਤਾਂ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਆ। ਤੇ ਪੰਜਾਬੀ ਬਾਰੇ ਕੀਬੋਰਡ ਬਾਰੇ ਹੋਰ ਜਾਣਕਾਰੀ ਵਾਸਤੇ ਅਸੀਂ ਦੇਖਦੇ ਹਾਂ ਕਿ punjabi.com ਦੇ ਉੱਤੇ ਬਹੁਤ ਸਾਰੀ ਜਿਹੜੀ ਸਮੱਗਰੀ ਆ ਉਹ ਉਪਲਬਧ ਹੈ। ਜਿਵੇਂ ਕਿ ਤੁਸੀਂ ਜਿਹੜਾ ਪੰਜਾਬੀ ਐਕਸਲ ਕੀਬੋਰਡ ਸੀ ਉਹਦੇ ਤੇ ਕਲਿੱਕ ਕੀਤਾ, ਥੱਲੇ ਜਾ ਕੇ ਤੁਹਾਨੂੰ ਬਹੁਤ ਸਾਰੇ ਲੇਖ, ਵੀਡੀਓਜ਼ ਵੀ ਉਹਦੇ ਵਿੱਚ ਹਨ, ਜਿਹੜੀ ਕਿ ਪੰਜਾਬੀ ਕੀਬੋਰਡ ਦੀ, ਯੂਨੀਕੋਡ ਕੀਬੋਰਡ ਦੀ ਗੱਲ ਕਰਦੇ ਆ। ਸੋ ਅਖੀਰ ਦੇ ਵਿੱਚ ਇੱਕ ਹੋਰ ਜੋ ਤੁਹਾਨੂੰ ਅਸੀਂ ਸਲਾਮਾ ਦਿੱਤਾ ਹੈ ਈਮੇਲ ਦਾ, ਉਹ ਹੈ info@punjabi.com। ਉਹਦੇ ਉੱਤੇ ਵੀ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਆ। ਸੋ ਅਖੀਰ ਦੇ ਵਿੱਚ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਪੰਜਾਬੀ ਭੈਣ ਭਰਾਵੋ, ਉਮੀਦ ਹੈ ਤੁਹਾਨੂੰ ਅੱਜ ਦਾ ਜੋ ਇਹ ਜਿਹੜੀ ਜਾਣਕਾਰੀ ਦਿੱਤੀ ਆ ਇਹ ਤੁਹਾਨੂੰ ਸੁਣਨ ਨੂੰ, ਦੇਖਣ ਨੂੰ ਔਖੀ ਲੱਗੀ ਹੋਵੇਗੀ, ਪਰ ਇਹ ਬੜਾ ਹੀ ਸੌਖਾ ਕੰਮ ਹੈ ਕਿ ਤੁਸੀਂ ਕੀਬੋਰਡ ਨੂੰ ਆਪਣੇ ਲੈਪਟਾਪ ਦੇ ਉੱਤੇ, ਡੈਸਕਟਾਪ ਤੇ ਕਿਵੇਂ ਸ਼ਾਮਲ ਕਰਨਾ ਹੈ, ਜੋੜਨਾ ਹੈ, ਕਿਉਂਕਿ ਬਹੁਤ ਜ਼ਰੂਰੀ ਹੈ। ਫਿਰ ਤੁਸੀਂ ਜਦੋਂ ਤੁਹਾਨੂੰ ਕਿਹਾ ਕਿ ਤੁਸੀਂ ਪੰਜਾਬੀ ਕੀਬੋਰਡ ਦੀ ਚੋਣ ਕਰਨੀ ਹੈ, ਜਦੋਂ ਤੁਸੀਂ ਪੰਜਾਬੀ ਕੀਬੋਰਡ ਚੁਣ ਲਿਆ, ਫਿਰ ਉਸਨੇ ਤੁਸੀਂ ਕੋਈ ਵੀ ਅੱਖਰ ਦੱਬੋਗੇ, ਉਸ ਹਰ ਅੱਖਰ ਨੇ ਪੰਜਾਬੀ ਵਿੱਚ ਹੀ ਲਿਖਣਾ। ਤੁਹਾਨੂੰ ਬੜੀ ਸਹੂਲਤ ਹੋਵੇਗੀ। ਫਿਰ ਤੁਸੀਂ ਜਿਹੜਾ ਕੀਬੋਰਡ ਦਾ ਖਾਕਾ ਹੈ ਉਹ ਤੁਸੀਂ ਨੋਟ ਵੀ ਕਰ ਸਕਦੇ ਆ। ਉਹ ਖਾਕਾ punjabi.com ਦੇ ਉੱਤੇ ਵੀ ਹੈ, ਉੱਥੋਂ ਤੁਸੀਂ ਪ੍ਰਿੰਟ ਕਰਕੇ ਆਪਣੇ ਕੋਲ ਰੱਖ ਸਕਦੇ ਆ, ਤਾਂ ਕਿ ਜਿਹੜਾ ਅਭਿਆਸ ਹੈ ਤੁਹਾਨੂੰ ਪਤਾ ਲੱਗੇ ਕਿ ਕਿਹੜੀ ਲਗਾ ਮਾਤਰ ਕਿਹੜੇ ਕੁੰਜੀ ਦੇ ਵਿੱਚ ਹੈ। ਹੁਣ ਜੇ ਗੱਲ ਕਰਦੇ ਹਾਂ ਅਸੀਂ, ਅੱਧਕ ਜਿਹੜਾ ਹੈ ਉਹ 4 ਅਤੇ ਸ਼ਿਫਟ ਕੀ ਨਾ ਪਵੇਗਾ, ਤੇ ਜਿਹੜੀ ਬਿੰਦੀ ਟਿੱਪੀ ਆ ਉਹ ਐਕਸ ਵਿੱਚ ਹੈ। ਸੋ ਛੋਟੀ ਐਕਸ ਦੇ ਨਾਲ ਟਿੱਪੀ ਪਵੇਗੀ ਤੇ ਵੱਡੀ ਜਾਂ ਸ਼ਿਫਟ ਵਾਲੀ ਐਕਸ ਦੇ ਨਾਲ ਬਿੰਦੀ ਪਵੇਗੀ। ਟਿੱਪੀ ਬਿੰਦੀ ਇਹਦੇ ਵਿੱਚ ਹਨ। ਸੋ ਕੋਈ ਮੁਸ਼ਕਲ ਨਹੀਂ ਹੈਗਾ। ਤੋ ਸਿਰਫ ਤਾਂ ਸਿਰਫ ਕੀਬੋਰਡ ਨੂੰ ਡਾਊਨਲੋਡ ਕਰਨ, ਇੰਸਟਾਲ ਕਰਨ ਦੇ ਨਾਲ ਤੇ ਅਭਿਆਸ ਦੇ ਨਾਲ ਹੀ ਜਿਹੜੀ ਤੁਹਾਡੀ ਕਾਮਯਾਬੀ ਹੋ ਸਕਦੀ ਹੈ। ਤੇ ਅਗਰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ, ਜਿਹੜੇ ਵੀ ਨੰਬਰ ਦਿੱਤੇ ਆ ਉਹਦੇ ਤੇ ਸਾਨੂੰ ਸੰਪਰਕ ਕਰੋ। ਤੋ ਉਮੀਦ ਹੈ ਕਿ ਸਾਨੂੰ ਜ਼ਰੂਰ ਹੀ ਸਾਡੇ ਜਿਹੜੇ ਪੰਜਾਬੀ ਜਗਿਆਸੂ ਪੰਜਾਬੀ ਨੇ ਜ਼ਰੂਰ ਆਪਣਾ ਤਜਰਬਾ, ਅਨੁਭਵ ਸਾਡੇ ਨਾਲ ਸਾਂਝਾ ਕਰਨਗੇ। ਸੋ ਪੰਜਾਬੀ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬੀ ਜਿੰਦਾਬਾਦ।